ਲਾਹੌਰ ਤੋਂ ਕੁਝ ਮੀਲ ਦੂਰ ਪਿੰਡ ਜੰਬਰ ਦੇ ਰਹਿਣ ਵਾਲੇ ਸਰਦਾਰ ਸੁਬੇਗ ਸਿੰਘ ਜੀ ਇੱਕ ਉੱਚੇ ਆਚਰਨ ਵਾਲੇ ਗੁਰਸਿੱਖ ਤੇ ਫਾਰਸੀ ਦੇ ਮਹਾਨ ਵਿਦਵਾਨ ਸਨ। ਖਾਨ ਬਹਾਦਰ ਜ਼ਕਰੀਆ ਖਾਂ ਦੇ ਸਮੇਂ ਆਪ ਸਰਕਾਰੀ ਠੇਕੇਦਾਰੀ ਦਾ ਕੰਮ ਕਰਦੇ ਸਨ ਤੇ ਆਪ ਜੀ ਦੇ ਉੱਚੇ ਆਚਰਨ ਅਤੇ ਸੂਝ-ਬੂਝ ਕਰਕੇ ਜ਼ਕਰੀਆ ਖਾਂ ਆਪ ਜੀ ਦੀ ਬਹੁਤ ਇੱਜ਼ਤ ਕਰਦਾ ਸੀ। ਆਪ ਲਾਹੌਰ ਸ਼ਹਿਰ ਵਿੱਚ ਸਰਕਾਰੀ ਠੇਕੇਦਾਰ ਅਤੇ ਕੋਤਵਾਲ ਵੀ ਰਹਿ ਚੁੱਕੇ ਸਨ ਤੇ ਆਪ ਜੀ ਦੇ ਕੋਤਵਾਲ ਹੋਣ ਦੇ ਸਮੇਂ ਲਾਹੌਰ ਸ਼ਹਿਰ ਦੇ ਵਸਨੀਕਾਂ ਨੇ ਸੁਖ ਸ਼ਾਂਤੀ ਦੇ ਚੰਗੇ ਦਿਨ ਵੇਖੇ ਸਨ। ਜਦੋਂ ਕਦੇ ਮੁਗਲ ਸਰਕਾਰ ਬਾਗੀ ਸਿੰਘਾਂ ਨਾਲ ਸੁਲ੍ਹਾ ਕਰਨ ਲਈ ਸੰਪਰਕ ਕਾਇਮ ਕਰਨਾ ਚਾਹੁੰਦੀ ਤਾਂ ਇਸ ਕਾਰਜ ਲਈ ਉਹ ਭਾਈ ਸੁਬੇਗ ਸਿੰਘ ਜੀ ਨੂੰ ਹੀ ਅੱਗੇ ਕਰਦੀ ਸੀ। ਜ਼ਕਰੀਆ ਖਾਨ ਸਿੰਘਾਂ ਨੂੰ ਮੁਕਾਉਣ ਦੇ ਸਾਰੇ ਹੀਲੇ ਵਰਤ ਕੇ ਹਾਰ ਚੁੱਕਾ ਸੀ। ਅੰਤ ਉਸਨੇ ਦਿੱਲੀ ਦੇ ਬਾਦਸ਼ਾਹ ਤੋਂ ਮਨਜ਼ੂਰੀ ਲੈ ਕੇ ਸਿੰਘਾਂ ਨਾਲ ਸੁਲ੍ਹਾ ਕਰਨ ਦੀ ਤਰਕੀਬ ਸੋਚੀ। ਉਸ ਵੇਲੇ ਵੀ ਚੰਗਾ ਰਸੂਖ ਰੱਖਣ ਵਾਲੇ ਭਾਈ ਸੁਬੇਗ ਸਿੰਘ ਜੀ ਨੂੰ ਹੀ ਵਿਚੋਲਾ ਬਣਾਇਆ ਗਿਆ ਤੇ ਸਿੰਘਾਂ ਪਾਸ ਹਕੂਮਤ ਵੱਲੋਂ 1 ਲੱਖ ਰੁਪਏ ਸਾਲਾਨਾ ਦੀ ਜਗੀਰ ਕੰਗਣਵਾਲ, ਝਬਾਲ ਤੇ ਦੀਪਾਲਪੁਰ ਦੀ ਤੇ ਸਿੰਘਾਂ ਦੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਤੇ ਕੀਮਤੀ ਖਿੱਲੀਅਤ ਆਦਿ ਦੀ ਪੇਸ਼ਕਸ਼ ਕਰਕੇ ਭੇਜਿਆ ਗਿਆ। ਸਰਦਾਰ ਸੁਬੇਗ ਸਿੰਘ ਜੀ ਨੇ ਹਕੂਮਤ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਬੇਨਤੀ ਖਾਲਸੇ ਨੂੰ ਕੀਤੀ, ਪਰ ਸਿੰਘਾਂ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਇਹ ਨਵਾਬੀ ਦਾ ਖਿਤਾਬ ਲੈਣੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸਾਨੂੰ ਸਤਿਗੁਰਾਂ ਦਾ ਵਰ ਹੈ ਕਿ ਖਾਲਸਾ ਰਾਜ ਕਰੇਗਾ। ਜਦੋਂ ਕੋਈ ਵੀ ਸਿੰਘ ਹਕੂਮਤ ਦੀ ਇਹ ਜਗੀਰ ਤੇ ਨਵਾਬੀ ਲੈਣੋਂ ਤਿਆਰ ਨਾ ਹੋਇਆ ਤਾਂ ਸਰਦਾਰ ਸੁਬੇਗ ਸਿੰਘ ਜੀ ਨੇ ਇਹ ਬੇਨਤੀ ਕੀਤੀ ਕਿ ਇਹ ਨਵਾਬੀ ਦਾ ਖਿਤਾਬ ਕਿਸੇ ਸੇਵਾਦਾਰ ਨੂੰ ਹੀ ਦੇਵੋ, ਇਹ ਜਗੀਰ ਲੈ ਲਵੋ ਤੇ ਕੁਝ ਸਮਾਂ ਸਕੂਨ ਨਾਲ ਰਹਿ ਕੇ ਜ਼ਾਲਮਾਂ ਵਿਰੁੱਧ ਹੋਰ ਵਧੇਰੇ ਤਿਆਰੀ ਕਰੋ, ਐਵੇਂ ਹਕੂਮਤ ਦੇ ਝੁਕਾਅ ਨੂੰ ਠੁਕਰਾਓ ਨਾ। ਅਖੀਰ ਸਿੰਘਾਂ ਨੇ ਭਾਈ ਸੁਬੇਗ ਸਿੰਘ ਜੀ ਦੀ ਬੇਨਤੀ ਪ੍ਰਵਾਨ ਕਰਕੇ ਨਵਾਬੀ ਉਸ ਸਮੇਂ ਸੰਗਤਾਂ ਨੂੰ ਪੱਖਾ ਚੱਲ ਰਹੇ ਸਰਦਾਰ ਕਪੂਰ ਸਿੰਘ ਜੀ ਨੂੰ ਦੇ ਦਿੱਤੀ। ਇਸ ਘਟਨਾ ਤੋਂ ਛੁੱਟ ਹੋਰ ਵੀ ਕਈ ਮੌਕਿਆਂ ਤੇ ਸਰਦਾਰ ਸੁਬੇਗ ਸਿੰਘ ਜੀ ਨੇ ਜ਼ਕਰੀਆ ਖਾਨ ਦੇ ਯੋਗ ਕੰਮ ਸਵਾਰੇ ਸਨ। ਸਰਦਾਰ ਸੁਬੇਗ ਸਿੰਘ ਜੀ ਦੇ ਇੱਕ ਹੋਣਹਾਰ ਪੁੱਤਰ ਸ਼ਾਹਬਾਜ਼ ਸਿੰਘ ਜੀ ਲਾਹੌਰ ਦੇ ਇੱਕ ਮਦਰਸੇ ਵਿੱਚ ਕਾਜ਼ੀ ਪਾਸੋਂ ਫਾਰਸੀ ਭਾਸ਼ਾ ਦੀ ਤਾਲੀਮ ਹਾਸਲ ਕਰਦੇ ਸਨ। ਲਗਭਗ 18 ਵਰ੍ਹਿਆਂ ਦੇ ਸ਼ਾਹਬਾਜ਼ ਸਿੰਘ ਜੀ ਦੇ ਆਚਰਨ ਅਤੇ ਲਿਆਕਤ ਤੋਂ ਕਾਜ਼ੀ ਬਹੁਤ ਪ੍ਰਭਾਵਿਤ ਸੀ। ਮਨ ਹੀ ਮਨ ਕਾਜ਼ੀ ਸੋਚਣ ਲੱਗਾ ਕਿ ਕਿਉਂ ਨਾ ਸ਼ਾਹਬਾਜ਼ ਸਿੰਘ ਜੀ ਨੂੰ ਇਸਲਾਮ ਧਰਮ ਵਿੱਚ ਲਿਆ ਕੇ ਆਪਣੀ ਕੁੜੀ ਦਾ ਨਿਕਾਹ ਇਹਨਾਂ ਨਾਲ ਕਰ ਦਿੱਤਾ ਜਾਵੇ। ਆਪਣੇ ਇਸ ਮੰਤਵ ਦੀ ਪੂਰਤੀ ਲਈ ਹੌਲੀ-ਹੌਲੀ ਕਾਜ਼ੀ ਨੇ ਸ਼ਾਹਬਾਜ਼ ਸਿੰਘ ਜੀ ਨੂੰ ਇਸਲਾਮ ਧਰਮ ਦੀਆਂ ਖੂਬੀਆਂ ਦੱਸ ਕੇ ਇਸਲਾਮ ਵੱਲ ਪ੍ਰੇਰਨਾ ਆਰੰਭ ਕਰ ਦਿੱਤਾ। ਭਾਵੇਂ ਸ਼ਾਹਬਾਜ਼ ਸਿੰਘ ਜੀ ਇਸਲਾਮੀ ਵਾਤਾਵਰਣ ਵਿੱਚ ਤਾਲੀਮ ਹਾਸਲ ਕਰ ਰਹੇ ਸਨ, ਪਰ ਉਹਨਾਂ ਨੂੰ ਬਚਪਨ ਤੋਂ ਹੀ ਮਾਤਾ ਪਿਤਾ ਜੀ ਨੇ ਸਿੱਖੀ ਅਸੂਲ, ਸਿੱਖ ਗੁਰੂ ਸਾਹਿਬਾਨਾਂ ਦੇ ਬਾਕਮਾਲ ਜੀਵਨ ਫਲਸਫੇ, ਸਿੱਖ ਸ਼ਹੀਦਾਂ ਆਦਿਕ ਬਾਰੇ ਜਾਣਕਾਰੀ ਦੇਣੀ ਆਰੰਭ ਕਰ ਦਿੱਤੀ ਸੀ, ਜਿਸ ਸਦਕਾ ਹਿੰਦੂ ਅਤੇ ਇਸਲਾਮ ਧਰਮ ਬਾਰੇ ਕਾਫੀ ਕੁਝ ਪਤਾ ਹੋਣ ਤੋਂ ਬਾਅਦ ਵੀ ਸ਼ਾਹਬਾਜ਼ ਸਿੰਘ ਜੀ ਨੂੰ ਆਪਣੇ ਸੁਨਹਿਰੀ ਸਿੱਖ ਇਤਿਹਾਸ ਅਤੇ ਆਪਣੇ ਸਿੱਖ ਹੋਣ ਤੇ ਬਹੁਤ ਮਾਣ ਸੀ। ਜਦੋਂ ਕਾਫੀ ਸਮੇਂ ਦੀ ਪ੍ਰੇਰਨਾ ਮਗਰੋਂ ਵੀ ਕਾਜ਼ੀ ਨੂੰ ਆਪਣੇ ਕੁਟਿਲ ਮੰਤਵ ਵਿੱਚ ਸਫਲਤਾ ਪ੍ਰਾਪਤ ਹੁੰਦੀ ਨਾ ਦਿਸੀ ਤਾਂ ਉਸ ਨੇ ਡਰਾਵੇ ਤੋਂ ਕੰਮ ਲੈਣਾ ਚਾਹਿਆ, ਪਰ ਜਦੋਂ ਸ਼ਾਹਬਾਜ਼ ਸਿੰਘ ਜੀ ਨੂੰ ਕਾਜ਼ੀ ਦੇ ਡਰਾਵੇ ਵੀ ਇਸਲਾਮ ਧਰਮ ਵਿੱਚ ਨਾ ਲਿਆ ਸਕੇ ਤਾਂ ਉਸ ਨੇ ਇੱਕ ਸਾਜ਼ਿਸ਼ ਅਧੀਨ ਜ਼ਕਰੀਆ ਖਾਂ ਪਾਸ ਸ਼ਾਹਬਾਜ਼ ਸਿੰਘ ਜੀ ਦੇ ਵਿਰੁੱਧ ਇਹ ਤੋਹਮਤ ਲਗਾ ਦਿੱਤੀ ਕਿ ਸ਼ਾਹਬਾਜ਼ ਸਿੰਘ ਜੀ ਨੇ ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਜੀ ਲਈ ਗਲਤ ਅਲਫਾਜ਼ ਵਰਤੇ ਹਨ। ਆਪਣੇ ਇਸ ਨਾਪਾਕ ਇਰਾਦੇ ਦੀ ਪੂਰਤੀ ਲਈ ਕਾਜ਼ੀ ਨੇ ਲਾਹੌਰ ਦੇ ਇੱਕ ਮਸ਼ਹੂਰ ਸਿੱਖ ਵਿਰੋਧੀ ਮੁਸਲਿਮ ਮੈਜਿਸਟ੍ਰੇਟ ਦੀ ਮਦਦ ਵੀ ਲਈ। ਇਹਨਾਂ ਪਿਓ ਪੁੱਤਰ ਦੇ ਵਿਰੁੱਧ ਜ਼ਕਰੀਆ ਖਾਨ ਦੇ ਕੰਨ ਇੰਨੇ ਭਰ ਦਿੱਤੇ ਗਏ ਕਿ ਉਹ ਸੁਬੇਗ ਸਿੰਘ ਜੀ ਦੁਆਰਾ ਉਸ ਉੱਪਰ ਕੀਤੇ ਗਏ ਅਹਿਸਾਨਾਂ ਨੂੰ ਮੂਲੋਂ ਹੀ ਭੁੱਲ ਗਿਆ ਤੇ ਉਸਨੇ ਸੁਬੇਗ ਸਿੰਘ ਜੀ ਤੇ ਸ਼ਾਹਬਾਜ਼ ਸਿੰਘ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਸਿੱਟੇ ਵਜੋਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਮੁਕੱਦਮਾ ਸ਼ੁਰੂ ਹੋਇਆ ਤੇ ਦੋਹਾਂ ਪਿਓ ਪੁੱਤਰ ਅੱਗੇ ਉਹੀ ਪੁਰਾਣਾ ਨੁਕਤਾ ਦੁਹਰਾਇਆ ਗਿਆ, ਇਸਲਾਮ ਜਾਂ ਮੌਤ। ਦੋਵੇਂ ਪਿਓ ਪੁੱਤ ਨੂੰ ਜੇਲ੍ਹ ਦੀਆਂ ਵੱਖ-ਵੱਖ ਕਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ਤੇ ਪਿਤਾ ਨੂੰ ਡੁਲਾਉਣ ਵਾਸਤੇ ਇਹ ਕਿਹਾ ਗਿਆ ਕਿ ਤੁਹਾਡੇ ਪੁੱਤਰ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਦੂਜੇ ਪਾਸੇ ਪੁੱਤਰ ਨੂੰ ਡੁਲਾਉਣ ਵਾਸਤੇ ਇਹ ਕਿਹਾ ਗਿਆ ਕਿ ਤੁਹਾਡੇ ਪਿਤਾ ਨੇ ਆਪਣਾ ਸਿੱਖ ਧਰਮ ਛੱਡ ਇਸਲਾਮ ਕਬੂਲਣਾ ਮੰਨ ਲਿਆ ਹੈ। ਪਰ ਸਿੱਖੀ ਸਿਦਕ ਵਿੱਚ ਪਰਪੱਕ ਦੋਹਾਂ ਸਿੰਘਾਂ ਨੂੰ ਕੋਈ ਗੱਲ ਆਪਣੇ ਇਰਾਦੇ ਤੋਂ ਡੇਗ ਨਾ ਸਕੀ। ਕੋਤਵਾਲ ਦੁਆਰਾ ਵੀ ਸੁਬੇਗ ਸਿੰਘ ਜੀ ਤੇ ਸ਼ਾਹਬਾਜ਼ ਸਿੰਘ ਜੀ ਉੱਪਰ ਕਈ ਤਰ੍ਹਾਂ ਦੇ ਜ਼ੁਲਮ ਕੀਤੇ ਗਏ।
पर ये दोवें सिंह हर वेले बाणी पढ़ते, सिख शहीदां नूं चेते करते ते अपनी सिੱਖੀ केसां ਸਵਾਸਾਂ नाल निभाउण दी गुरु चरनां अगे अरदास करते। इस सब दौरान ਜ਼ਕਰੀਆ खान की मौत हो गई ते उहदा पुत्र ਯਹੀਆ खान लाहौर का गवर्नर बनिया, जो कि पिता तो भी वध सिखां दा वैरी सी। दोवें ਸਿੰਘਾਂ ਨੂੰ ਯਹੀਆ खान की कचहरी विच पेश कर एक बार फिर इस्लाम कबूल ना करन ते भयानक मौत के डरावे दिते गए, पर उन्हां सिद्दकी सिखां ने इक्को ही उत्तर दिता कि सानू सिੱਖੀ जानो वध प्यारी है। असी दुख तो सह सकते हाँ, पर सिੱਖੀ तो मुनकर कदे नहीं हो सकते। अखीर काजी ने फतवा दिता कि इन्हां दोहां ਸਿੰਘਾਂ ਨੂੰ इक्को समय आमो सामने चरखड़ियां ते चाड़ के कतल कर दिता जावे। भाई सुबेग सिंह जी ते शाहबाज सिंह जी नूं वख-वख चरखड़ियां ते कुट के बन दिता गया। जदों चरखड़ियां घुमाईयां गईयां तां तेज चाकुआं ने दोहां ਸਿੰਘਾਂ दे तन चीरने आरंभ कर दिते। उन्हां दे शरीरां चों लहू सिमणा आरंभ हो गया। इस मगरों चरखड़ियां रोक के एक बार फिर उन्हां तो इस्लाम कबूलन लई पुछया गया, पर दोहां ने उत्तर दिता नहीं, कदे नहीं। ये सुन चरखड़ियां फिर चलियां ते खून दियां धारां वग तुरियां। दोवें सिंह बाणी पढ़ते रहे। उन्हां गुरु चरनां विच चित नूं जोड़ी रखिया ते सिर आए कष्ट दा मुकाबला दृढ़ता नाल करते रहे। आखिर जुलाई 1746 ईस्वी विच लाहौर के नखाश चौक विच भाई सुबेग सिंह जी ते भाई शाहबाज सिंह जी नूं चरखड़ियां ते चाड़ के शहीद कर दिता गया। जंगलों विच विचरदे ਸਿੰਘਾਂ पास जदों मुगल हकूमत द्वारा कीते गए इस तशद्दुद की खबर पुजी तां ਉਹ गुस्से नाल भड़क गए ते शेरां वांग गरजदे होए जंगलों विचों निकल के लाहौर आण पुजे। ਜ਼ਾਲਮ ਹਾਕਮਾਂ ਤੇ ਉਹਨਾਂ ਦੇ ਹਿਮਾਇਤੀਆਂ ਉੱਤੇ ਸਿੰਘ ਬਾਜਾਂ ਵਾਂਗੂ ਝਪਟੇ ਤੇ ਉਹਨਾਂ ਨੂੰ ਤੇਗਾਂ ਦੇ ਸਪੁਰਦ ਕਰਦੇ ਹੋਏ ਦੋਵੇਂ ਸ਼ਹੀਦਾਂ ਦੇ ਖੂਨ ਦਾ ਬਦਲਾ ਲੈ ਕੇ ਵਾਪਸ ਜੰਗਲਾਂ ਨੂੰ ਤੁਰ ਗਏ। ਗੁਰੂ ਜੀ ਦੇ ਇਹਨਾਂ ਦੋਹਾਂ ਪਿਆਰੇ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਅੱਜ ਸਮੁੱਚਾ ਖਾਲਸਾ ਪੰਥ ਨਿਤਾ ਪ੍ਰਤੀ ਆਪਣੀ ਅਰਦਾਸ ਵਿੱਚ ਦਿਨੇ ਕਈ ਵਾਰੀ ਯਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।